ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਪਾਲ ਸਿੰਘ ਲੁਧਿਆਣੇ ਦੇ ਇੱਕ ਪਿੰਡ ਦੇ ਨਿਵਾਸੀ ਸੂਬੇਦਾਰ ਰੈਂਕ ਤੋਂ ਰਿਟਾਇਰ ਹੋਏ। ਸੁਖਪਾਲ ਸਿੰਘ ਦੇ 3 ਲੜਕੇ ਹਨ, ਜਿਨ੍ਹਾਂ ਦੇ ਵਿੱਚੋਂ 2 ਤਾਂ ਬੈਂਕ ਮੈਨੇਜਰ ਹਨ ਤੇ ਇੱਕ ਫੌਜ ਦੇ ਵਿੱਚ ਹੈ। ਹੁਣ ਸੁਖਪਾਲ ਸਿੰਘ ਨੇ ਆਪਣੇ ਡਿਊਟੀ ਕਾਲ ਦੇ ਦੌਰਾਨ ਹੀ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਵਾਸਤੇ ਉਹਨਾਂ ਨੂੰ ਨੌਕਰੀਆਂ ਉੱਤੇ ਲਗਾ ਦਿੱਤਾ। ਹੋਰ ਤਾਂ ਹੋਰ ਕਾਫੀ ਜ਼ਮੀਨ ਵੀ ਖਰੀਦ ਕੇ ਰੱਖ ਲਿੱਤੀ। ਹੌਲੇ-ਹੌਲੇ ਆਪਣੇ ਤਿੰਨੋਂ ਲੜਕਿਆਂ ਦੇ ਵਿਆਹ ਕੀਤੇ। ਵਿਆਹਾਂ ਤੇ ਸਾਰੇ ਖਰਚੇ ਵੀ ਸੁਖਪਾਲ ਸਿੰਘ ਨੇ ਖੁਦ ਹੀ ਕੀਤੇ। ਆਪਣੀ ਹਿੰਮਤ ਦੇ ਅਨੁਸਾਰ ਕਾਫੀ ਸੋਨਾ ਗਹਿਣਾ, ਜ਼ਮੀਨ ਪਲਾਟ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਦਿੱਤਾ। ਬੱਚਿਆਂ ਦਾ ਵਿਆਹ ਤੋਂ ਬਾਅਦ ਪਰਿਵਾਰ ਵਧੀਆ ਤੇ ਹੁਣ ਸਾਰੇ ਵੱਖੋ ਵੱਖਰੇ ਹੋਣ ਲੱਗੇ। ਸੁਖਪਾਲ ਸਿੰਘ ਨੇ ਪਹਿਲਾਂ ਆਪਣੇ ਵੱਡੇ ਲੜਕੇ ਨੂੰ ਵਧੀਆ ਮਕਾਨ ਬਣਾ ਕੇ ਦਿੱਤਾ ਤੇ ਫਿਰ ਦੂਸਰੇ ਨੂੰ ਮਕਾਨ ਬਣਾ ਕੇ ਦਿੱਤਾ। ਜਿਹੜਾ ਤੀਜਾ ਲੜਕਾ ਸੀ, ਆਪਣੇ ਪਰਿਵਾਰ ਦੇ ਨਾਲ ਸੁਖਪਾਲ ਸਿੰਘ ਤੇ ਉਸ ਦੀ ਪਤਨੀ ਸੁਖਦੀਪ ਕੌਰ ਨਾਲ ਹੀ ਰਹਿੰਦਾ ਸੀ। ਪਰ ਉਹਨਾਂ ਦੀ ਵੱਡੀ ਨੂੰਹ ਨੇ, ਜਿਨ੍ਹਾਂ ਦੇ ਨਾਲ ਉਹ ਰਹਿੰਦੇ ਸੀ, ਉਸਨੇ ਆਪਣੇ ਹੌਲੀ-ਹੌਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਰੋਟੀ ਪਾਣੀ ਵੱਲੋਂ ਵੀ ਸੁਖਪਾਲ ਸਿੰਘ ਉਸ ਦੀ ਪਤਨੀ ਸੁਖਦੀਪ ਕੌਰ ਤੰਗ ਪਰੇਸ਼ਾਨ ਰਹਿਣ ਲੱਗੇ। ਹੌਲੀ-ਹੌਲੀ ਗੱਲ ਕੁੱਟਮਾਰ ਤੱਕ ਆ ਗਈ, ਜਿਸ ਨਾਲ ਸੁਖਪਾਲ ਸਿੰਘ ਬਹੁਤ ਪਰੇਸ਼ਾਨ ਹੋ ਗਿਆ। ਹਰ ਰੋਜ਼ ਆਪਣੀ ਪਤਨੀ ਦੀ ਬੇਇੱਜ਼ਤੀ ਦੇਖਦੇ ਤੇ ਸੁਣਦਾ, ਪਰ ਕਰ ਕੁਝ ਵੀ ਨਹੀਂ ਸਕਦਾ ਸੀ। ਆਂਢ ਗੁਆਂਢ ਸਾਰੇ ਤਮਾਸ਼ਾ ਵੇਖਦੇ ਸੀ, ਪਰ ਬੋਲਦਾ ਕੋਈ ਵੀ ਨਹੀਂ ਸੀ। ਹੌਲੀ-ਹੌਲੀ ਉਹਨਾਂ ਦੀ ਨੂੰਹ ਸੁਖਦੀਪ ਕੌਰ ਦੇ ਨਾਲ ਕੁੱਟਮਾਰ ਕਰਨ ਲੱਗੀ। ਸੁਖਪਾਲ ਸਿੰਘ ਦੀ ਇੱਥੇ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਆਪਣੀ ਪੈਨਸ਼ਨ ਦੀ ਰਕਮ ਆਪਣੇ ਬੱਚੇ ਪੋਤਾ ਪੋਤੀਆਂ ਦੇ ਵਿੱਚ ਹੀ ਵੰਡ ਰਿਹਾ ਸੀ। ਜਿੱਥੇ ਉਹਨਾਂ ਦੀ ਹਰ ਰੋਜ਼ ਲੜਾਈ ਝਗੜਾ ਕੁੱਟਮਾਰ ਹੁੰਦੀ ਸੀ, ਉਹ ਆਪਣੀ ਪੈਨਸ਼ਨ ਦੇ ਪੈਸਿਆਂ ਦੇ ਨਾਲ ਇੱਕ ਆਰਾਮ ਦੇ ਨਾਲ ਵੱਖਰੀ ਜ਼ਿੰਦਗੀ ਜਿਉ ਸਕਦਾ ਸੀ। ਪਰ ਸੁਖਪਾਲ ਸਿੰਘ ਨੇ ਹਮੇਸ਼ਾ ਹੀ ਆਪਣੀ ਪੈਨਸ਼ਨ ਦਾ ਪੈਸਾ ਆਪਣੇ ਬੱਚਿਆਂ ਦੇ ਵਿੱਚ ਹੀ ਵੰਡਿਆ, ਜੋ ਉਸ ਦੇ ਰੋਜ਼ ਹੀ ਜੁੱਤੀਆਂ ਮਾਰਦੇ ਸੀ। ਜੁੱਤੀਆਂ ਮਾਰਦੇ ਸੀ ਸ਼ਬਦ ਇਸ ਕਰਕੇ ਵਰਤਿਆ ਗਿਆ ਕਿਉਂਕਿ ਇਸ ਤਰ੍ਹਾਂ ਹੀ ਇੱਕ ਵਾਰ ਛੋਟੇ ਮੁੰਡੇ ਵੱਲੋਂ, ਜੋ ਕਿ ਫੌਜ ਦੇ ਵਿੱਚ ਸੂਬੇਦਾਰ ਦੇ ਰੈਂਕ ਉੱਤੇ ਹੈ, ਆਪਣੇ ਪਿਤਾ ਸੁਖਪਾਲ ਸਿੰਘ ਦੇ ਕੋਲੋਂ ਉਸਨੇ 4 ਲੱਖ ਦੀ ਡਿਮਾਂਡ ਕੀਤੀ। ਸੁਖਪਾਲ ਸਿੰਘ ਨੇ 4 ਲੱਖ ਦੇਣ ਤੋਂ ਮਨਾ ਕਰ ਦਿੱਤਾ, ਪਰ ਉਸ ਦੀ ਛੋਟੀ ਨੂੰਹ ਨੇ ਪੂਰੇ ਪਿੰਡ ਦੇ ਸਾਹਮਣੇ ਆਪਣੇ ਪਿਤਾ ਸਮਾਨ ਸਹੁਰੇ ਸੁਖਪਾਲ ਸਿੰਘ ਦੇ ਮੂੰਹ ਦੇ ਉੱਤੇ ਜੁੱਤੀ ਮਾਰੀ। ਪਤਾ ਨਹੀਂ ਇੰਨੀ ਬੇਇੱਜ਼ਤੀ ਤੋਂ ਬਾਅਦ ਵੀ ਸੁਖਪਾਲ ਸਿੰਘ ਦੇ ਮਨ ਦੇ ਅੰਦਰ ਅਜਿਹਾ ਕਿਹੜਾ ਪਿਆਰ ਸੀ ਕਿ ਆਪਣੀ ਤੇ ਆਪਣੀ ਪਤਨੀ ਦੀ ਬੇਇੱਜ਼ਤੀ ਹਰ ਰੋਜ਼ ਦੇਖਦਾ ਰਹਿੰਦਾ ਸੀ। ਸੋ ਸਮਾਂ ਬੀਤਿਆ ਤੇ ਇੰਜ ਹੀ ਚੱਲਦਾ ਰਿਹਾ। ਆਖਿਰ ਸਾਲ 2015 ਦੇ ਵਿੱਚ ਸੁਖਪਾਲ ਸਿੰਘ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ ਤੇ ਉਸ ਦਾ ਇੱਕ ਪਾਸਾ ਮਾਰਿਆ ਗਿਆ, ਜਿਸ ਤੋਂ ਬਾਅਦ ਉਹ ਮੰਜੇ ਤੇ ਪੈ ਗਿਆ। ਸੁਖਪਾਲ ਸਿੰਘ ਦੇ ਕੋਲੋਂ ਬੋਲਿਆ ਤੱਕ ਨਹੀਂ ਜਾਂਦਾ ਸੀ। ਇਸ ਹਾਲਾਤ ਦੇ ਵਿੱਚ ਉਹ ਮੰਜੇ ਉੱਪਰ ਹੀ ਮਲ ਮੂਤਰ ਤਿਆਗਦਾ ਸੀ। ਫਿਰ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ। ਉਹਨਾਂ ਦੀ ਵੱਡੀ ਨੂੰ ਸੁਖਪਾਲ ਸਿੰਘ ਦੀ ਪਤਨੀ ਸੁਖਦੀਪ ਕੌਰ ਦੇ ਨਾਲ ਹਰ ਰੋਜ਼ ਕੁੱਟਮਾਰ ਕਰਦੀ ਤੇ ਰੋਟੀ ਤੋਂ ਵੀ ਉਹਨਾਂ ਦੋਨਾਂ ਨੂੰ ਮੁਹਤਾਜ ਕਰ ਦਿੰਦੀ ਹੈ। ਸੁਖਦੀਪ ਕੌਰ ਸਿਹਤ ਵਜੋਂ ਤਾਂ ਚੰਗੀ ਭਲੀ ਸੀ, ਕਿਉਂਕਿ ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ। ਤੁਸੀਂ ਹੈਰਾਨ ਹੋਵੋਗੇ ਕਿ ਸੁਖਪਾਲ ਸਿੰਘ ਨੇ ਆਪਣੇ ਪੋਤੇ ਪੋਤੀਆਂ ਦੇ ਵਿਆਹ ਤੱਕ ਆਪਣੀ ਕਮਾਈ ਦੇ ਨਾਲ ਕੀਤੇ, ਆਪਣੀ ਪੈਨਸ਼ਨ ਦੇ ਨਾਲ ਕੀਤੇ। ਪਰ ਸਾਡੇ ਸਮਾਜ ਦਾ ਗੰਦਾ ਚਿਹਰਾ ਇਹ ਹੈ ਤੇ ਉਸ ਦੇ ਪੋਤੇ ਪੋਤੀ ਵੀ ਆਪਣੇ ਦਾਦਾ ਦਾਦੀ ਤੋਂ ਮੂੰਹ ਫੇਰ ਕੇ ਲੰਘ ਜਾਂਦੇ ਸੀ। ਵੱਡੀ ਨੂੰਹ ਨੇ ਤਾਂ ਆਪਣੀ ਸੱਸ ਤੇ ਸਹੁਰੇ ਨੂੰ ਘਰੋਂ ਹੀ ਨਿਕਲ ਜਾਣ ਵਾਸਤੇ ਕਹਿ ਦਿੱਤਾ। ਹੁਣ ਅਜਿਹੀ ਹਾਲਤ ਵਿੱਚ ਸੁਖਦੀਪ ਕੌਰ ਆਪਣੇ ਮੰਜੇ ਉੱਤੇ ਪਏ ਪਤੇ ਨੂੰ ਲੈ ਕੇ ਕਿੱਥੇ ਜਾਂਦੀ ਤੇ ਉਹ ਕੀ ਕਰਦੀ? ਰੋਂਦੀ ਵਿਲਕਦੀ ਹੋਈ ਸੁਖਦੀਪ ਕੌਰ ਆਪਣੇ ਛੋਟੇ ਮੁੰਡੇ ਦੇ ਕੋਲ ਗਈ ਤੇ ਉਸ ਦੇ ਛੋਟੇ ਮੁੰਡੇ ਨੇ ਵੀ ਉਸ ਨੂੰ ਆਪਣੇ ਕੋਲ ਰੱਖਣ ਤੋਂ ਮਨਾ ਕਰ ਦਿੱਤਾ। ਜਦੋਂ ਆਪਣੇ ਤੀਜੇ ਮੁੰਡੇ ਦੇ ਘਰ ਗਈ ਤਾਂ ਉਸ ਦੀ ਪੋਤੀ ਨੇ ਹੀ ਉਸ ਨੂੰ ਗਾਲਾਂ ਕੱਢ ਕੇ ਘਰ ਤੋਂ ਬਾਹਰ ਕਰ ਦਿੱਤਾ। ਆਪਣੇ ਗਵਾਂਢ ਦੇ ਵਿੱਚ ਮਦਦ ਮੰਗੀ, ਪਰ ਕਿਸੇ ਨੇ ਉਸ ਦੀ ਨਾ ਸੁਣੀ, ਸਿਰਫ ਤਮਾਸ਼ਾ ਦੇਖਦੇ ਰਹੇ। ਪਿੰਡ ਦੇ ਇੱਕ ਹੋਰ ਘਰ ਦੇ ਵਿੱਚ ਜਾ ਕੇ ਉਸਨੇ ਇੱਕ ਰਾਤ ਰੁਕਣ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਪਨਾਹ ਮੰਗੀ, ਕਿਉਂਕਿ ਉਹਦੀ ਨੂੰ ਉਹਨਾਂ ਦੇ ਨਾਲ ਕੁੱਟਮਾਰ ਕਰਦੀ ਸੀ। ਪਰ ਉਸ ਘਰ ਵਾਲਿਆਂ ਨੇ ਵੀ ਉਸ ਨੂੰ ਰੱਖਣ ਤੋਂ ਮਨਾ ਕਰ ਦਿੱਤਾ। ਤੁਹਾਨੂੰ ਦੱਸ ਦਿੰਨੇ ਹਾਂ ਕਿ ਸੁਖਦੀਪ ਕੌਰ ਸਿਹਤ ਪੱਖੋਂ ਚੰਗੀ ਭਲੀ ਸੀ, ਪਰ ਉਸ ਨੂੰ ਦਿਮਾਗੀ ਤੌਰ ਦੇ ਉੱਤੇ ਬਹੁਤ ਪਰੇਸ਼ਾਨ ਕੀਤਾ ਗਿਆ। ਰੋਜ਼-ਰੋਜ਼ ਦਾ ਕਲੇਸ਼ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ। ਜਿਸ ਤੋਂ ਬਾਅਦ ਸੁਖਦੀਪ ਕੌਰ ਕੋਲ ਹੀ ਪੈਂਦੇ ਰੇਲਵੇ ਲਾਈਨ ਦੇ ਵੱਲ ਚਲੀ ਗਈ। ਉੱਥੋਂ ਉਸ ਦੀ ਲਾਸ਼ ਹੀ ਵਾਪਸ ਆਈ। ਹੁਣ ਇਹ ਨਹੀਂ ਕਹਿ ਸਕਦੇ ਕਿ ਉਸਨੇ ਆਤਮ ਹੱਤਿਆ ਕੀਤੀ ਹੈ ਜਾਂ ਫਿਰ ਕੋਈ ਐਕਸੀਡੈਂਟ ਸੀ, ਕਿਉਂਕਿ ਰੇਲਵੇ
ਇੰਜਣ ਦੇ ਵਿੱਚ ਉਸ ਦਾ ਸਿਰਫ ਸਿਰ ਹੀ ਵੱਜਿਆ ਸੀ ਤੇ ਸਿਰ ਦੀ ਅੰਦਰੂਨੀ ਸੱਟ ਦੇ ਕਾਰਨ ਉਸ ਦੀ ਉੱਥੇ ਮੌਤ ਹੋ ਗਈ। ਜਾਂ ਤਾਂ ਉਹ ਮਰਨ ਵਾਸਤੇ ਗਈ ਸੀ, ਪਰ ਡਰਨ ਦੇ ਕਾਰਨ ਉਹ ਰੇਲਵੇ ਟਰੈਕ ਤੋਂ ਹਟ ਗਈ ਤੇ ਉਸ ਦਾ ਸਿਰ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਾਂ ਫਿਰ ਮਾਨਸਿਕ ਹਾਲਾਤ ਦੇ ਵਿੱਚ ਉਹ ਗਲਤੀ ਦੇ ਨਾਲ ਟ੍ਰੇਨ ਟਰੈਕ ਦੇ ਉੱਤੇ ਚਲੀ ਗਈ। ਜੋ ਵੀ ਸੀ, ਇਸ ਸਭ ਦਾ ਜ਼ਿੰਮੇਵਾਰ ਉਸ ਦੇ ਪਰਿਵਾਰ ਬੱਚੇ ਸੀ, ਤਾਈਓ ਮਾਰੀ ਗਈ। ਹੁਣ ਪਿੰਡ ਦੇ ਲੋਕ ਉਹਨਾਂ ਦੇ ਬੱਚਿਆਂ ਨੂੰ ਤਾਨੇ ਮੇਨੇ ਮਾਰਨ ਲੱਗੇ, ਪਰ ਹੁਣ ਕੀ ਫਾਇਦਾ ਸੀ ਤਾਨੇ ਮਾਰਨ ਦਾ। ਜਦੋਂ ਬੋਲਣ ਦਾ ਸਮਾਂ ਸੀ ਉਦੋਂ ਤਾਂ ਪਿੰਡ ਵਿੱਚੋਂ ਕੋਈ ਵੀ ਨਹੀਂ ਬੋਲਿਆ, ਜਿਸ ਤੋਂ ਬਾਅਦ ਤਿੰਨ ਭਰਾਵਾਂ ਦੀ ਬਹਿਸ ਹੋ ਗਈ ਕਿ ਕੌਣ ਆਪਣੀ ਮਾਂ ਦਾ ਭੋਗ ਪਾਵੇਗਾ। ਹਰ ਕੋਈ ਕਹਿੰਦਾ ਸੀ ਕਿ ਮੈਂ ਆਪਣੀ ਮਾਂ ਦਾ ਭੋਗ ਪਾਉਣਾ ਹੈ, ਪਰ ਜਦੋਂ ਇੱਕ ਰਾਤ ਵਾਸਤੇ ਘਰ ਦੇ ਵਿੱਚ ਪਨਾਹ ਮੰਗਣ ਦੇ ਵਾਸਤੇ ਆਈ ਸੀ, ਉਦੋਂ ਤਾਂ ਕਿਸੇ ਨੇ ਉਸ ਦੀ ਬਾਂਹ ਨਹੀਂ ਫੜੀ ਤੇ ਅੱਜ ਮਰਨ ਤੋਂ ਬਾਅਦ ਮਾਂ ਦੇ ਭੋਗ ਦੇ ਵਾਸਤੇ ਲੜ ਰਹੇ ਨੇ। ਸੁਖਦੀਪ ਕੌਰ ਦੀ ਮੌਤ ਤੋਂ ਬਾਅਦ ਸੁਖਪਾਲ ਸਿੰਘ ਦੀ ਵੀ ਮੌਤ ਜਲਦੀ ਹੀ ਹੋ ਗਈ, ਕਿਉਂਕਿ ਜਿੰਨਾ ਚਿਰ ਸੁਖਦੀਪ ਕੌਰ ਜਿਉਂਦੀ ਸੀ ਉਹੀ ਆਪਣੇ ਘਰ ਵਾਲੀ ਦੀ ਸੇਵਾ ਕਰਦੀ ਰਹੀ, ਅਤੇ ਸੁਖਦੀਪ ਕੌਰ ਤੋਂ ਜਾਣ ਤੋਂ ਬਾਅਦ ਸੁਖਪਾਲ ਸਿੰਘ ਦੀ ਇੰਨੀ ਜਲਦੀ ਮੌਤ ਕਿਵੇਂ ਹੋ ਗਈ, ਤੁਸੀਂ ਸਮਝ ਹੀ ਸਕਦੇ ਹੋ। ਤੁਹਾਡੇ ਹਿਸਾਬ ਦੇ ਨਾਲ ਅਜਿਹਾ ਬੱਚਿਆਂ ਦੇ ਨਾਲ ਕੀ ਹੋਣਾ ਚਾਹੀਦਾ ਹੈ? ਸਾਡੇ ਹਿਸਾਬ ਦੇ ਨਾਲ ਇਹਨਾਂ ਦੀ ਸਜ਼ਾ ਪਰਮਾਤਮਾ ਹੀ ਤੈਅ ਕਰੇਗਾ, ਪਰ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ? ਮਰਨ ਤੋਂ ਬਾਅਦ ਭੋਗ ਦੇ ਦਿਖਾਵਾ ਤਾਂ ਹੀ ਸਾਡੇ ਸੰਸਕਾਰ ਹੁੰਦੇ ਨੇ, ਅਤੇ ਇਹ ਸਭ ਦੇ ਵਿੱਚ ਕਿਸੇ ਦੀ ਗਲਤੀ ਨਹੀਂ, ਪਰ ਇਹ ਇੱਕ ਸੱਚੀ ਕਹਾਣੀ ਹੈ। ਜਿਸ ਪਰਿਵਾਰ ਦੀ ਕਹਾਣੀ ਹੈ ਉਹ ਸਮਝ ਹੀ ਚੁੱਕਿਆ ਹੋਵੇਗਾ। ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।